हेलो फ्रेंड्स, मेरा नाम लवलीन सूद है तो मेरा सब्जेक्ट केमिस्ट्री। अज असी केमिस्ट्री बारे पढ़ांगे। तुम सारे 10th तक साइंस पढ़ते आए हो। 10th विच जो साइंस पढ़ी है, साइंस के 3 पार्ट पढ़े होंगे, फिजिक्स, केमिस्ट्री ते बायोलॉजी। तीन पार्ट्स पढ़े हैं, फिजिक्स पढ़ी है, केमिस्ट्री भी पढ़ी होगी, बायोलॉजी भी पढ़ी होगी। बट अज असी पढ़ना है सिर्फ केमिस्ट्री बारे कि केमिस्ट्री एक्चुअल है कि। हुण साडे सब तो पहले माइंड 'ਚ ਇਹ क्वेश्चन आता है कि ਜਿਹੜਾ सब्जेक्ट ਅਸੀਂ पढ़न जा रहे हैं एक्चुअली है कि ਉਹ 'ਚ ਹੁੰਦਾ ਕੀ ਹੈ। ਹੁਣ ਆਪਾਂ केमिस्ट्री सब तो पहले इंट्रोड्यूस करांगे। केमिस्ट्री ਹੁੰਦੀ ਕੀ है। केमिस्ट्री इट इज अ स्टडी ऑफ atoms and molecules and their interconversions। ਹੁਣ ਸਭ ਤੋਂ ਪਹਿਲਾਂ ਅਗਰ ਆਪਾਂ ਸਟੱਡੀ ਕਰਨੀ ਹੈ ਕੈਮਿਸਟਰੀ ਦੀ, ਸਭ ਤੋਂ ਪਹਿਲਾਂ ਸਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਐਟਮਸ ਕੀ ਹੈ, ਮੋਲੀਕਿਊਲਸ ਕੀ ਹੈ ਤੇ ਉਹਨਾਂ ਦੀ ਇੰਟਰਕਨਵਰਜਨਸ ਕੀ ਹੁੰਦੀਆਂ ਨੇ। ਹੁਣ ਜੇ ਤੁਹਾਨੂੰ ਐਟਮਸ ਦਾ ਪਤਾ ਹੋਊਗਾ, ਮੋਲੀਕਿਊਲਸ ਦਾ ਪਤਾ ਹੋਊਗਾ, ਫਿਰ ਤਾਂ ਹੀ ਪਤਾ ਚੱਲੂ ਉਹਨਾਂ 'ਚ ਇੰਟਰਕਨਵਰਜਨਸ ਕੀ ਹੁੰਦੀਆਂ ਨੇ, ਫਿਰ ਹੀ ਤੁਹਾਡੇ ਕੋਲ ਪੂਰੀ ਕੈਮਿਸਟਰੀ ਦੀ ਸਟੱਡੀ ਹੋਊਗੀ। ਇਹ ਮੈਂ ਬਿਲਕੁਲ ਬੇਸਿਕ ਜੀ ਡਿਫਾਈਨ ਕੀਤੀ ਹੈ ਕਿ ਕੈਮਿਸਟਰੀ 'ਚ ਹੁੰਦਾ ਕੀ ਹੈ। ਮੇਨਲੀ ਉਹਦੇ ਵਿੱਚ ਐਟਮਸ ਆਉਂਦੇ ਨੇ, ਮੋਲੀਕਿਊਲਸ ਆਉਂਦੇ ਨੇ ਤੇ ਉਹਨਾਂ ਇੰਟਰਕਨਵਰਜਨਸ ਆਉਂਦੀਆਂ ਨੇ। ਹੁਣ ਐਟਮਸ ਕੀ ਹੈ, ਹੁਣ ਆਪਾਂ एग्जांपल ਲੈਂਦੇ ਆ, ਕੋਈ ਵੀ ਛੋਟਾ ਪਾਰਟੀਕਲ ਜਿਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੋ ਵੀ ਸਕਦੀ ਹੈ ਔਰ ਨਹੀਂ ਵੀ ਹੋ ਸਕਦੀ, ਕੋਈ ਵੀ ਛੋਟਾ ਪਾਰਟੀਕਲ। ਹੁਣ ਦੇਖੋ, ਅਗਰ ਮੈਂ ਸਿੰਪਲ ਜੀ ਗੱਲ ਕਰਾਂ, ਹਾਈਡਰੋਜਨ, ਜੋ ਆਪਾਂ ਹਾਈਡਰੋਜਨ ਲਿਖਦੇ ਆ ਨਾ, ਆਪਾਂ ਕਹਿੰਦੇ ਨੇ H ਹੈ, ਪਰ ਐਕਚੁਅਲ ਹਾਈਡਰੋਜਨ H ਨਹੀਂ ਹੁੰਦਾ। ਉਹ ਕੀ ਹੁੰਦਾ H2, ਕਿਉਂਕਿ ਆਪਾਂ ਕੀ ਕਹਿੰਦੇ ਆ ਹਾਈਡਰੋਜਨ ਕੱਲਾ ਮਿਲਦਾ ਹੀ ਨਹੀਂ ਆਪਾਂ ਨੂੰ। ਕਿਸ ਫਾਰਮ 'ਚ ਮਿਲਦਾ, ਉਹ H2 ਦੀ ਫਾਰਮ ਦੇ ਵਿੱਚ ਮਿਲਦਾ ਹੈ। ਬਟ ਅਗਰ ਆਪਾਂ ਦੇਖੀਏ H2 ਬਣਿਆ ਕਿੱਥੋਂ ਹੋਊਗਾ, अगर आप H2 की गल करिए, H2 कित्थों बनया होगा, दो छोटे छोटे हाइड्रोजन एटम्स नू मिलके उन्हां तो मिलके की बनया होगा, हाइड्रोजन मॉलिक्यूल बनया होगा। हुण ए भी की साडे कोल एटम, आ भी की है एटम, ते इन्हां दोनां नू मिलके की बनया मॉलिक्यूल। कोई भी छोटा पार्टिकल जिहदी इंडिपेंडेंट एग्जिस्टेंस हो भी सकती है और नहीं भी हो सकती, उन्होंने आपां की कहंदे आ, एटम कहंदे आ। और ਜਿਹੜਾ ਐਟਮਸ ਤੋਂ ਮਿਲ ਕੇ ਬਣਦਾ ਆਪਾਂ ਨੂੰ ਕੀ ਬੋਲਦੇ ਆ, ਮੋਲੀਕਿਊਲ। ਉਹਨਾਂ ਮੋਲੀਕਿਊਲ ਜਿਹੜਾ ਬਣਿਆ ਉਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੋਊਗੀ। ਹੁਣ ਅਗਰ ਮੈਂ ਸਿੰਪਲੀ ਗੱਲ ਕਰਾਂ ਕਿ ਆਪਣੇ ਕੋਲ 골ਡ ਹੈ, 골ਡ ਦਾ ਫਾਰਮੂਲਾ ਕੀ ਹੁੰਦਾ, AU। ਸਿੰਬਲ ਕੀ ਹੁੰਦਾ ਉਹਦਾ, AU। AU ਕਿਹਦਾ ਸਿੰਬਲ ਹੈ, 골ਡ। ਹੁਣ 골ਡ ਦਾ ਜਿਹੜਾ ਐਟਮ ਉਹ ਕੱਲਾ ਮਿਲ ਜਾਂਦਾ ਸਾਨੂੰ এনवायरमेंट 'ਚ, ਮਤਲਬ ਕਿ 골ਡ ਜਿਹੜਾ AU ਦੀ ਫਾਰਮ 'ਚ ਮਿਲਦਾ, ਇਹ ਕੱਲਾ ਐਗਜ਼ਿਸਟ ਕਰ ਸਕਦਾ ਹੈ। ਇਹਦਾ ਮਤਲਬ ਇਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈਗੀ ਹੈ। ਬਟ ਹਾਈਡਰੋਜਨ ਕੱਲਾ ਨਹੀਂ ਮਿਲਦਾ, ਇਹਦਾ ਮਤਲਬ ਉਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਨਹੀਂ। ਉਹ ਕਿਸ ਫਾਰਮ 'ਚ ਮਿਲਦਾ ਸਾਨੂੰ, ਮੋਲੀਕਿਊਲ ਦੀ ਫਾਰਮ ਦੇ ਵਿੱਚ। ਜਿਹੜਾ ਐਟਮ ਕੱਲਾ ਐਗਜ਼ਿਸਟ ਨਹੀਂ ਕਰ ਸਕਦਾ, ਉਹ ਕਿਸ ਫਾਰਮ 'ਚ ਮਿਲੂਗਾ ਸਾਨੂੰ, ਮੋਲੀਕਿਊਲ ਦੀ ਫਾਰਮ 'ਚ ਮਿਲੇਗਾ। ਤੇ ਹੁਣ ਦੇਖੋ, ਇਹਦਾ ਮਤਲਬ ਐਟਮਸ ਆਪਸ ਦੇ ਵਿੱਚ ਕੰਬਾਈਨ ਕਰਕੇ, ਐਟਮਸ ਆਪਸ ਦੇ ਵਿੱਚ ਜੁੜ ਕੇ ਕੀ ਬਣਾਉਂਦੇ ਆ, ਮੋਲੀਕਿਊਲ ਬਣਾਉਂਦੇ ਆ। ਐਟਮ ਜਦੋਂ ਆਪਸ ਜੁੜਨਗੇ ਕੀ ਬਣਾਉਣਗੇ, ਮੋਲੀਕਿਊਲ ਬਣਾਉਣਗੇ। ਆਪਾਂ ਉਹਨੂੰ ਕੀ ਕਵਾਂਗੇ, ਇੰਟਰਕਨਵਰਜਨਸ। ਇੰਟਰਕਨਵਰਜਨ ਮਤਲਬ ਕਨਵਰਟ ਹੋਣਾ, ਇੱਕ ਐਟਮ ਦਾ ਕਿਸ ਕਨਵਰਟ ਹੋਣਾ, ਮੋਲੀਕਿਊਲ 'ਚ ਕਨਵਰਟ ਹੋਣਾ। ਆਪਾਂ ਉਹਨੂੰ ਕੀ ਬੋਲਾਂਗੇ, ਇੰਟਰਕਨਵਰਜਨਸ। ਹੁਣ ਜਦੋਂ ਆਪਾਂ ਇਹਦੀ ਪੂਰੀ ਸਟੱਡੀ ਕਰ ਲਈ ਕਿ ਐਟਮਸ ਕੀ ਹੈ, ਮੋਲੀਕਿਊਲਸ ਕੀ ਹੈ ਤੇ ਉਹਨਾਂ ਦੀ ਇੰਟਰਕਨਵਰਜਨਸ ਕੀ ਹੈ, ਤਾਂ ਤੁਹਾਡੇ ਕੋਲ ਕੈਮਿਸਟਰੀ ਜਿਹੜੀ ਡਿਟੇਲ ਹੈ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗੀ। ਇਹਦਾ ਮਤਲਬ ਸਭ ਤੋਂ ਪਹਿਲਾਂ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ, ਵਟ ਆਰ ਐਟਮਸ, ਵਟ ਆਰ ਮੋਲੀਕਿਊਲਸ ਤੇ ਉਹਨਾਂ ਦੀ ਇੰਟਰਕਨਵਰਜਨਸ ਕੀ ਹੈ। ਜੇ ਸਭ ਕੁਝ ਪਤਾ ਚੱਲ ਗਿਆ ਤਾਂ ਤੁਸੀਂ ਆਰਾਮ ਨਾਲ ਕੀ ਪੜ੍ਹ ਸਕਦੇ ਹੋ, ਕੈਮਿਸਟਰੀ ਪੜ੍ਹ ਸਕਦੇ ਹੋ। ਹੁਣ ਆਪਾਂ ਥੋੜੀ ਅੱਗੇ ਡਿਫਾਈਨ ਦੇਖੀਏ। ਹੁਣ ਆਪਾਂ ਕੈਮਿਸਟਰੀ ਡਿਫਾਈਨ ਕਰ ਜਾ ਰਹੇ ਹਾਂ। ਕੈਮਿਸਟਰੀ ਹੈ ਕਿ, अगर ये डेफिनेशन करनी होगी तो किਵੇਂ डिफाइन करोगे, इट इज द ब्रांच ऑफ साइंस which deals with composition, properties and
स्ट्रक्चर ऑफ मैटर। हुण आपां केमिस्ट्री दी अगर देखिए पर्टिकुलर डिफाइन देखिए तो की है साइंस दा एक हिस्सा है, ब्रांच है किदी साइंस दी, जिहदे विच आपां की पढ़ना है मैटर दी कंपोजिशन पढ़नी है, प्रॉपर्टीज पढ़नी है ते उन्हां दी स्ट्रक्चर्स पढ़नियां ने। हुण सब तो पहला क्वेश्चन आता है कि मैटर की है, मतलब जे आपां साइंस दी गल कर रहे हैं, साइंस दे एक हिस्सा है केमिस्ट्री। केमिस्ट्री दे अगे आपां की पढ़ रहे हैं कि ओहदे विच असीं मैटर दी कंपोजिशन पढ़ रहे हैं, प्रॉपर्टीज पढ़ रहे हैं ते स्ट्रक्चर पढ़ रहे हैं। की दी कंपोजिशन प्रॉपर्टी स्ट्रक्चर पढ़ रहे हैं, मैटर दी पढ़ रहे हैं। ਇਹਦਾ मतलब सब तो पहले ਸਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਮੈਟਰ ਕੀ ਹੈ। ਤੇ ਹੁਣ ਮੈਂ ਸਿੰਪਲੀ ਅਗਰ ਮੈਟਰ ਨੂੰ ਡਿਫਾਈਨ ਕਰਾਂ, मतलब ਜੇ ਮੈਂ ਇਸ ਡਿਫਾਈਨ ਨੂੰ ਸਮਝਣਾ ਹੈ, ਇਸ ਡੈਫੀਨੇਸ਼ਨ ਨੂੰ ਸਮਝਣਾ ਹੈ, ਤਾਂ ਮੈਨੂੰ ਸਭ ਤੋਂ ਪਹਿਲਾਂ ਕੀ ਪਤਾ ਹੋਣਾ ਚਾਹੀਦਾ ਹੈ ਮੈਟਰ ਕੀ ਹੈ। ਤੇ ਮੈਟਰ ਕੀ ਹੈ एनीथिंग that occupy space and has mass is called matter। एनीथिंग मतलब कोई भी चीज जेड़ी ऑक्यूपाई कर रही है, मतलब घेर रही है किसी चीज नू, जगह घेर रही है, स्पेस मतलब जगह घेर रही है, और जिहदा की है मास है, ਉਹਨੂੰ ਆਪਾਂ ਕੀ ਕਵਾਂਗੇ मैटर। कोई भी चीज जेड़ी जगह घेरेगी, जिहदा मास होएगा, ਆਪਾਂ ਉਹਨੂੰ ਕਹਾਂਗੇ मैटर। फॉर एग्जांपल मेरे कोल चौक है, इस रूम दे विच इन्नी जगह है इकल्ला घेर रहा चौक, ਤੇ ਇਹਦਾ ਕੋਈ ਨਾ ਕੋਈ ਮਾਸ ਵੀ ਹੋਊਗਾ, weight ਵੀ ਹੋਊਗਾ, ਇਹਦਾ ਮਤਲਬ ਇਹ ਕੀ ਹੈ ਮੈਟਰ ਹੈ। ਮੈਂ ਖੁਦ ਇੱਥੇ ਰੂਮ 'ਚ ਪ੍ਰੈਜ਼ੈਂਟ ਹਾਂ ਤੇ ਇਹਦਾ ਮਤਲਬ ਮੈਂ ਵੀ ਇੱਥੇ ਜਗ੍ਹਾ ਘੇਰ ਰਹੀ ਹਾਂ, ਮੇਰਾ ਵੀ ਕੋਈ ਨਾ ਕੋਈ ਮਾਸ ਹੋ ਗਿਆ, ਇਹਦਾ ਮਤਲਬ ਮੈਂ ਵੀ ਮੈਟਰ ਹਾਂ। ਤੁਹਾਡੇ ਕੋਲ ਨੋਟਬੁੱਕ ਹੋਏਗੀ, ਨੋਟਬੁੱਕ ਜਗ੍ਹਾ ਘੇਰ ਰਹੀ ਹੋਏਗੀ ਤੁਹਾਡੇ, ਇਹਦਾ ਮਤਲਬ ਉਹ ਨੋਟਬੁੱਕ ਵੀ ਕੀ ਹੈ ਮੈਟਰ ਹੈ। ਕਿਉਂ? ਕਿਉਂਕਿ ਜਗ੍ਹਾ ਵੀ ਘੇਰੀ ਔਰ ਮਾਸ ਵੀ ਹੈ। ਤੁਹਾਡੇ ਸਰ ਕੋਲ ਪੈਨਸਿਲ ਵੀ ਹੋਗੀ ਜਾਂ ਪੈਨ ਹੋਊਗਾ, ਉਹ ਪੈਨ ਕੀ ਕਰ ਰਿਹਾ ਹੋਊਗਾ, ਜਗ੍ਹਾ ਘੇਰ ਰਿਹਾ ਹੋਊਗਾ, ਉਹਦਾ ਵੀ ਕੋਈ ਨਾ ਕੋਈ ਮਾਸ ਹੋਏਗਾ, ਤਾਂ ਮਤਲਬ ਉਹ ਕੀ ਹੈ ਮੈਟਰ। ਕੋਈ ਵੀ ਚੀਜ਼ ਆਪਾਂ ਲੈ ਲਈਏ, मतलब यूनिवर्स हर एक चीज़ आप किस लेंदे मैटर च लेंदे आ। अगर मैं इत्थे हवा कंसीडर करा, इत्थे रूम दे विच हवा भी होगी, तो हवा जिहड़ी है वो भी जगह घेर ही रही है, ਇਹਦਾ मतलब ਉਹਦਾ ਵੀ ਨਾ ਕੋਈ ਮਾਸ ਹੋਊਗਾ ਹੀ, ਇਹਦਾ मतलब ਆਪਾਂ ਉਹਨੂੰ ਕਿੱਚ ਲੈ ਲਾਂਗੇ ਮੈਟਰ ਚ ਲੈ ਲਾਂਗੇ। ਇਹਦਾ मतलब ਹਰ ਇੱਕ ਚੀਜ਼ ਜਿਹੜੀ ਜਗ੍ਹਾ ਘੇਰਦੀ ਹੈ, ਜਿਹਦਾ ਮਾਸ ਹੁੰਦਾ, ਆਪਾਂ ਉਹਨੂੰ ਕੀ ਕਹਿੰਦੇ ਆ ਮੈਟਰ। ਇਹਦਾ ਪਤਾ ਚੱਲ ਗਿਆ ਕਿ ਮੈਟਰ ਕੀ ਹੈ। ਹੁਣ ਮੈਟਰ ਦੀ ਆਪਾਂ ਕੀ ਪੜ੍ਹਨੀ ਹੈ ਕੰਪੋਜੀਸ਼ਨ। ਕੰਪੋਜੀਸ਼ਨ मतलब ਮੈਟਰ ਕਾਹਦਾ ਬਣਿਆ ਹੋਇਆ ਹੈ। ਕੰਪੋਜੀਸ਼ਨ ਦਾ मतलब ਕੀ ਹੈ, ਉਹ किस चीज़ का बनया होया है, किस चीज़ का बनया होता मैटर। अगर मैं सिंपली चौक में तोड़ा और छोटे छोटे टुकड़े हो जाएंगे, इतने छोटे छोटे टुकड़े होंगे, एक सब तो छोटा टुकड़ा निकलू जो आप की बोलेंगे एटम या फिर मॉलिक्यूल। तो कंपोजिशन की होगी अपने को, कंपोजिशन का मतलब की हो गया कि वो कादा बनया होया है, कादा बनया होया है, एटम्स का बनया हो सकता है या फिर मॉलिक्यूल का बनया हो सकता है। ਇਹਦਾ मतलब जो आप कंपोजिशन की गल कर रहे हैं तो सानू की पता होना चाहिए कंपोजिशन की वो कादा बने हुए एटम से मॉलिक्यूल्स आ। ये तो होगी कि आप मैटर दी की पढ़ रहे हैं, कंपोजिशन पढ़ रहे हैं कि मैटर कादा बने हुए एटम से मॉलिक्यूल का। ये तो होगी कंपोजिशन डिफाइन। हुण आप पढ़नी है प्रॉपर्टीज की है। प्रॉपर्टीज हुण देखो मेरे को चौक है, ये चौक अपने को रूम टैंपरेचर ते मतलब अगर मैं इत्थे रूम च देखनी है चौक किद्दां दा मिल रहा देखने मिल रहा है। एक तो यह हार्ड मिल रहा होगा तुम देखने कि ये हार्ड है, ਇਹਦਾ मतलब ये की है सॉलिड है। ਇਹਦੀ प्रॉपर्टी है कि किस फॉर्म च मिल रही है, हार्ड दी फॉर्म च मिल रही है, सॉलिड है। जे आप हुण पानी ले लें, पानी का ग्लास ले लो, किस फॉर्म च मिलेगा सानू लिक्विड दी फॉर्म च मिलेगा। ਇਹਦਾ मतलब वो की है लिक्विड है, मतलब एक प्रॉपर्टी है, ये हार्ड है, ਉਹ ਕੀ ਹੋਊਗਾ ਲਿਕੁਇਡ ਫਾਰਮ ਚ ਮਿਲੂਗਾ। ਇਹਦਾ मतलब ਇਹ ਜਿਹੀਆਂ ਪ੍ਰੋਪਰਟੀ ਸਟੱਡੀ ਕਰਨਾ, ਕਿਹਦੀ ਪ੍ਰੋਪਰਟੀ ਸਟੱਡੀ ਕਰ ਰਹੀ ਹਾਂ ਮੈਂ ਮੈਟਰ ਦੀ। ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ ਪ੍ਰੋਪਰਟੀਜ਼ ਆਫ ਦਾ ਮੈਟਰ। ਕੰਪੋਜੀਸ਼ਨ ਆਫ ਮੈਟਰ ਵੀ ਪੜ੍ਹ ਲਈ ਆਪਾਂ, प्रॉपर्टीज भी पढ़ लिया। हुण आपां पढ़ रहे हैं स्ट्रक्चर। ਇਹਦੀ स्ट्रक्चर किस तरह दी है, हुण जिवें आपां कोई भी चीज़ लैंदे ਉਹਦੀ स्ट्रक्चर किस तरह, शेप किस तरह दी है, ਉਹ ਸਾਰਾ ਕੁਝ ਜੋ ਆਪਾਂ ਸਟੱਡੀ ਕਰਾਂਗੇ ਮੈਟਰ ਦਾ, ਉਹਦੀ ਪੂਰੀ ਦੀ ਪੂਰੀ ਸਟੱਡੀ ਨੂੰ ਆਪਾਂ ਖਿੱਚ ਲੈਂਦੇ ਆ ਕੈਮਿਸਟਰੀ 'ਚ। ਇਹਦਾ मतलब ਕੈਮਿਸਟਰੀ ਦਾ ਸਾਡੀ ਡੇਲੀ ਲਾਈਫ 'ਚ ਬਹੁਤ ਯੂਜ਼ ਹੈ, क्योंकि हर एक जगह पे मैटर मिल रहे हैं, हर एक जगह पे मैटर प्रेजेंट है। मैटर दी कोई ना कोई कंपोजिशन भी है, कोई ना कोई प्रॉपर्टी भी है, कोई ना कोई ਉਹਦੀ स्ट्रक्चर भी है। इन्हां सारे ਜਦੋਂ ਆਪਾਂ ਸਟੱਡੀ ਕਰ ਲਈ, ਇਹਦਾ मतलब ਆਪਣੇ ਆਲੇ ਦੁਆਲੇ ਜਿੰਨੀਆਂ ਵੀ ਚੀਜ਼ਾਂ ਪਈਆਂ ਆਪਾਂ ਉਹਨਾਂ ਦੀ ਕੀ ਕਰ ਰਹੇ ਆ ਸਟੱਡੀ ਕਰ ਰਹੇ ਆ। ਇਹਦਾ मतलब ਸਾਨੂੰ ਕੀ ਹੋ ਗਿਆ ਪਤਾ ਚੱਲ ਗਿਆ ਕੈਮਿਸਟਰੀ ਹੁੰਦੀ ਕੀ ਹੈ, that is the study of composition of matter, properties of matter and structure of matter। मतलब ਜਦੋਂ ਆਪਾਂ ਸਾਰਾ ਕੁਝ ਪੜ੍ਹ ਲਾਂਗੇ ਸਾਨੂੰ ਕੀ ਪਤਾ ਚੱਲ ਜਾਏਗਾ ਕੈਮਿਸਟਰੀ ਕੀ ਹੈ। ਹੁਣ ਅੱਗੇ ਆਪਾਂ ਅੱਗੇ ਦੇਖੀਏ मैटर तो अगे डिफाइन करिए एडवांटेजेस ऑफ केमिस्ट्री। हुण देखो जब आप केमिस्ट्री पढ़ रहे हैं
ਤਾਂ ਕੈਮਿਸਟਰੀ ਪੜ੍ਹਦੇ ਪੜ੍ਹਦੇ ਸਾਡੇ ਦਿਮਾਗ 'ਚ ਕੁਐਸਚਨ ਆਉਂਦਾ ਹੈ ਕਿ ਅਸੀਂ ਕੈਮਿਸਟਰੀ ਪੜ੍ਹੀਏ ਕਿਉਂ, ਕੀ ਲੋੜ ਹੈ ਸਾਨੂੰ ਇਹਦੀ ਪੜ੍ਹਨ ਦੀ, ਜੇ ਇਹਦੀ ਲੋੜ ਹੈ ਤਾਂ ਹੀ ਆਪਾਂ ਪੜ੍ਹੀਏ, ਜੇ ਲੋੜ ਨਹੀਂ ਫਿਰ ਤਾਂ ਆਪਾਂ ਪੜ੍ਹਨ ਦੀ ਲੋੜ ਨਹੀਂ ਹੈ। ਇਹਦਾ ਮਤਲਬ ਸਾਨੂੰ ਕੈਮਿਸਟਰੀ ਦੀ ਕੀ ਪਤਾ ਹੋਣਾ ਚਾਹੀਦੀਆਂ ਨੇ, ਐਡਵਾਂਟੇजेस ਪਤਾ ਹੋਣੇ ਚਾਹੀਦੀਆਂ ਨੇ ਕਿ ਇਹਦੇ ਬੈਨੀਫਿਟ ਕੀ ਹੈ ਪੜ੍ਹਨ ਦੇ। ਹੁਣ ਐਡਵਾਂਟੇजेस ਆਫ ਕੈਮਿਸਟਰੀ ਪੜ੍ਹਨੀ ਹੈ, ਜਾਂ ਫਿਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਉਹਦੀ ਕੀ ਪੜ੍ਹਨੀਆਂ ਨੇ, ਐਪਲੀਕੇਸ਼ਨਸ ਪੜ੍ਹਨੀਆਂ ਨੇ। ਆਪਾਂ ਐਪਲੀਕੇਸ਼ਨਸ ਵੀ ਪੜਾਂਗੇ, ਨਾਲ ਆਪਾਂ ਉਹਦੀ ਕੀ ਪੜਾਂਗੇ, ਐਡਵਾਂਟੇਜ ਪੜਾਂਗੇ। ਐਪਲੀਕੇਸ਼ਨ ਮਤਲਬ ਹੁੰਦਾ ਕਿ ਕੈਮਿਸਟਰੀ ਕਿੱਥੇ ਅਪਲਾਈ ਹੁੰਦੀ ਹੈ, ਕਿੱਥੇ ਕੈਮਿਸਟਰੀ ਦਾ ਯੂਜ਼ ਹੈ। ਹੁਣ ਦੇਖੋ ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਸੀਗੀ, ਤੁਸੀਂ ਡੇਲੀ ਅਗਰ ਦੇਖਦੇ ਹੋ ਤੁਹਾਡੇ ਕੋਲ ਸਭ ਦੇ ਕੋਲ ਨੋਟਬੁੱਕ ਹੋਏਗੀ, ਔਰ ਨੋਟਬੁੱਕ ਕਿੱਥੋਂ ਆਈ ਹੈ, ਕੈਮਿਸਟਰੀ ਤੋਂ ਆਈ ਹੈ। ਇਹਦਾ ਮਤਲਬ ਐਪਲੀਕੇਸ਼ਨ ਕੀ ਹੋਗੀ ਕੈਮਿਸਟਰੀ ਦੀ, ਸਭ ਦੇ ਕੋਲ ਕਾਪੀ ਹੈਗੀ ਹੈ ਨਾ, ਇਹਦਾ ਮਤਲਬ ਕਾਪੀ ਕਾਦੀ ਬਣੀ ਹੋਈ ਹੈ, ਕਿਸੇ ਕੋਈ ਮਟੀਰੀਅਲ ਦੀ ਬਣੀ ਹੋਈ, ਪੇਪਰ ਕਾਰਾ ਬਣਿਆ ਹੋਇਆ, ਉਹ ਸਾਰਾ ਕਿੱਥੋਂ ਆਉਂਦਾ ਹੈ, ਕੈਮਿਸਟਰੀ ਤੋਂ ਆਉਂਦਾ ਹੈ। ਇਹਦਾ ਮਤਲਬ ਨੋਟਬੁੱਕ ਕਿੱਥੋਂ ਆਉਂਦੀ ਹੈ, ਕੈਮਿਸਟਰੀ ਤੋਂ ਆਉਂਦੀ ਹੈ। ਸਭ ਦੇ ਕੋਲ ਪੈਨ ਵੀ ਹੋਏਗਾ, ਪੈਨਸਿਲ ਵੀ ਹੋਏਗੀ। ਜੇ ਪੈਨ ਹੈ, ਪੈਨ ਦੇ ਵਿੱਚ ਇੰਕ ਹੈ, ਇੰਕ ਕਿੱਥੋਂ ਆਈ ਹੈ, ਕੈਮਿਸਟਰੀ ਤੋਂ ਆਈ ਹੈ। ਪੈਨ ਦੀ ਬਾਹਰਲੀ ਬੋਡੀ ਦੇਖਿਓ ਕਦੀ ਬਣੀ ਹੋਈ ਹੈ, ਪਲਾਸਟਿਕ ਦੀ ਬਣੀ ਹੋਈ ਹੈ। ਪਲਾਸਟਿਕ ਕਿੱਥੋਂ ਆਇਆ, ਪਲਾਸਟਿਕ ਕਿੱਥੋਂ ਆਉਂਦਾ ਹੈ, ਕੈਮਿਸਟਰੀ ਤੋਂ ਆਉਂਦਾ ਹੈ। ਪੈਨਸਿਲ ਦੇਖੀਏ, ਪੈਨਸਿਲ ਦੇ ਵਿੱਚ ਤੁਸੀਂ ਸਿੱਕਾ ਦੇਖਦੇ ਹੋ, ਸਿੱਕਾ ਕਾਹਦਾ ਬਣਿਆ ਹੁੰਦਾ ਹੈ, ਪੈਨਸਿਲ ਦੇ ਅੰਦਰ ਜਿਹੜਾ ਸਿੱਕਾ ਹੁੰਦਾ ਕਾਹਦਾ ਬਣਿਆ ਹੁੰਦਾ ਹੈ, ਗ੍ਰੇਫਾਈਟ ਦਾ। ਇਹਦਾ ਮਤਲਬ ਉਹ ਗ੍ਰੇਫਾਈਟ ਕਿੱਥੋਂ ਆਇਆ, ਕੈਮਿਸਟਰੀ ਤੋਂ ਆਇਆ। ਸਿਮਿਲਰਲੀ ਜੇ ਤੁਸੀਂ 골ਡ ਦੀ ਜੁਐਲਰੀ ਵਗੈਰਾ ਪਾਉਂਦੇ ਹੋ ਤਾਂ ਉਹ 골ਡ ਕਿੱਥੋਂ ਆਇਆ, ਕੈਮਿਸਟਰੀ ਤੋਂ। 골ਡ ਦਾ ਸਿੰਬਲ ਹੁੰਦਾ AU। ਹੁਣ 골ਡ ਕਿੱਥੋਂ ਆਇਆ, ਕੈਮਿਸਟਰੀ ਤੋਂ ਆਇਆ। ਸਿਲਵਰ ਚੀਜ਼ਾਂ ਪਾਈਆਂ ਹੁੰਦੀਆਂ ਨੇ, ਸਿਲਵਰ ਕਿੱਥੋਂ ਆਇਆ, ਉਹ ਵੀ ਕਿੱਥੋਂ ਆਇਆ, ਕੈਮਿਸਟਰੀ ਤੋਂ ਆਇਆ। ਸਾਰੇ ਪਾਣੀ ਪੀਂਦੇ ਹੋ, ਪਾਣੀ ਤੋਂ ਬਿਨਾਂ ਤਾਂ ਲਾਈਫ ਹੀ ਨਹੀਂ ਹੈਗੀ। ਇਹਦਾ ਮਤਲਬ ਪਾਣੀ ਕਿੱਥੋਂ ਆਇਆ, ਕੈਮਿਸਟਰੀ ਤੋਂ ਆਇਆ। H2O ਫਾਰਮੂਲਾ ਹੁੰਦਾ ਨਾ ਵਾਟਰ ਦਾ, ਵਾਟਰ ਦਾ ਫਾਰਮੂਲਾ ਕੀ ਹੁੰਦਾ ਹੈ, H2O। ਇਹਦਾ ਮਤਲਬ ਵਾਟਰ ਵੀ ਕਿੱਥੋਂ ਆਇਆ, ਕੈਮਿਸਟਰੀ ਤੋਂ ਆਇਆ। ਆ ਸਾਰੀਆਂ ਚੀਜ਼ਾਂ ਕਿੱਥੋਂ ਆ ਰਹੀਆਂ ਨੇ, ਕੈਮਿਸਟਰੀ ਤੋਂ ਆ ਰਹੀਆਂ ਨੇ। ਹੁਣ ਡੇਲੀ ਖਾਣਾ ਵੀ ਖਾਂਦੇ ਹੋ ਤੁਸੀਂ, ਖਾਣਾ ਕਿੱਥੋਂ ਆਉਂਦਾ, ਫੂਡ ਕਿੱਥੋਂ ਆਉਂਦਾ, ਰੋਟੀ ਖਾਂਦੇ ਹੋ ਨਾ, ਰੋਟੀ ਖਾਣਾ ਕੀ ਹੁੰਦਾ, એનર્ਜੀ ਮਿਲਦੀ ਹੈ ਨਾ। ਉਹ એનર્ਜੀ ਹੀ ਤਾਂ ਸਾਨੂੰ ਕੰਮ ਕਰਨ 'ਚ ਹੈਲਪ ਕਰਦੀ ਹੈ। ਜੇ ਅਸੀਂ ਰੋਟੀ ਨਾ ਖਾਈਏ, 4-5 ਦਿਨ ਰੋਟੀ ਨਾ ਖਾਈਏ, ਸਾਡੇ ਕੋਲ એનર્ਜੀ ਹੋਗੀ, ਨਹੀਂ ਹੋਗੀ। ਜੇ એનર્ਜੀ ਨਹੀਂ ਹੋਗੀ ਤਾਂ ਆਪਾਂ ਕੰਮ ਕਰ ਪਾਵਾਂਗੇ, ਨਹੀਂ ਕਰ ਪਾਵਾਂਗੇ। ਇਹਦਾ ਮਤਲਬ ਫੂਡ ਵੀ ਕਿੱਥੋਂ ਆਇਆ, ਆਪਣੇ ਕੋਲ ਕੈਮਿਸਟਰੀ ਤੋਂ ਆਇਆ। ਫੂਡ 'ਚ ਆਪਾਂ ਕੀ ਕਰਦੇ ਆ, ਤੁਸੀਂ ਗਲੂਕੋਜ਼ ਵੀ ਪੀਤਾ ਹੋਊਗਾ। ਗਲੂਕੋਜ਼ ਦਾ ਫਾਰਮੂਲਾ ਹੁੰਦਾ C6H12O6। ਆਪਾਂ ਬਾਅਦ ਪੂਰੀ ਸਟੱਡੀ ਕਰਾਂਗੇ ਕੀ ਕਰਕੇ, ਮੈਂ ਤੁਹਾਨੂੰ ਜਨਰਲੀ ਦੱਸ ਰਹੀ ਹਾਂ। ਨਾਲ ਫਾਰਮੂਲੇ ਜਿੰਨਾ ਦੱਸਣ ਵਾਲੇ ਮੈਂ ਦੱਸ ਰਹੀ ਹਾਂ। ਜਿਵੇਂ 골ਡ ਦਾ ਫਾਰਮੂਲਾ AU ਹੈ, ਸਿਲਵਰ ਦਾ ਫਾਰਮੂਲਾ AG ਹੈ ਸਿਲਵਰ, ਵਾਟਰ ਦਾ ਫਾਰਮੂਲਾ H2O ਹੈ, ਤੇ ਗਲੂਕੋਜ਼ ਦਾ ਫਾਰਮੂਲਾ C6H12O6 ਹੈ। ਹੁਣ ਆ ਗਲੂਕੋਜ਼ ਫੂਡ ਖਾਂਦੇ ਆ, ਜੇ ਰੋਟੀ ਖਾਂਦੇ ਹੋ એનર્ਜੀ ਦਿੰਦਾ ਨਾ, ਉਹ એનર્ਜੀ ਕਿਸ ਫਾਰਮ 'ਚ ਦਿੰਦਾ, ਸਾਨੂੰ ਗਲੂਕੋਜ਼ ਦੀ ਫਾਰਮ 'ਚ એનર્ਜੀ ਦਿੰਦਾ। ਇਹ ਗਲੂਕੋਜ਼ ਦੇ ਵਿੱਚ ਕਾਰਬਨ ਵੀ ਪ੍ਰੈਜ਼ੈਂਟ ਹੈ, ਹਾਈਡਰੋਜਨ ਵੀ ਪ੍ਰੈਜ਼ੈਂਟ ਹੈ, ਆਕਸੀਜਨ ਵੀ ਪ੍ਰੈਜ਼ੈਂਟ। ਉਹ ਕਿੱਥੋਂ ਆਏ, ਸਾਰੇ ਕੈਮਿਸਟਰੀ ਤੋਂ ਆਏ ਨੇ। ਇਹਦਾ ਮਤਲਬ ਕਿ ਆਪਾਂ ਅਗਰ ਦੇਖੀਏ ਡੇਲੀ ਲਾਈਫ 'ਚ ਇਹਦਾ ਬਹੁਤ ਯੂਜ਼ ਹੈ। ਤੁਸੀਂ ਡੇਲੀ ਦੇਖਦੇ ਹੋ ਵਹੀਕਲਸ ਜਾਂਦੇ, ਆਪਣੇ ਸਕੂਟਰ ਲੈ ਕੇ ਜਾਂਦੇ ਹੋ, ਕਾਰ ਲੈ ਕੇ ਜਾਂਦੇ ਹੋ, ਬਾਈਕਸ ਲੈ ਕੇ ਜਾਂਦੇ ਹੋ। ਇਹ ਸਾਰੀਆਂ ਚੀਜ਼ਾਂ 'ਚ ਕੀ ਪੈਂਦਾ, ਫਿਊਲ ਯੂਜ਼ ਕਰਦੇ ਹੋ ਕਿ ਨਹੀਂ ਕਰਦੇ, ਪੈਟਰੋਲ ਯੂਜ਼ ਕਰਦੇ ਹੋ। ਉਹ ਪੈਟਰੋਲ ਕਿੱਥੋਂ ਆਇਆ, ਪੈਟਰੋਲ ਯੂਜ਼ ਕਰਦੇ ਹੋ, ਡੀਜ਼ਲ ਯੂਜ਼ ਕਰਦੇ ਹੋ। ਹੁਣ ਜਿਹੜਾ ਡੀਜ਼ਲ ਹੋ ਗਿਆ, ਪੈਟਰੋਲ ਹੋ ਗਿਆ, ਇਹਨੂੰ ਆਪਾਂ ਕਿੱਦਾਂ ਯੂਜ਼ ਕਰਦੇ ਆ, ਫਿਊਲ ਦੀ ਫਾਰਮ 'ਚ ਯੂਜ਼ ਕਰਦੇ ਆ। ਹੁਣ ਆ ਜਿਹੜਾ ਫਿਊਲ ਹੈ, ਪੈਟਰੋਲ ਹੈ, ਡੀਜ਼ਲ ਹੈ, ਇਹ ਕੀ ਕਰਦਾ, ਜਦੋਂ ਬਰਨ ਹੁੰਦਾ ਤਾਂ ਬਰਨ ਹੋ ਕੇ એનર્ਜੀ ਦਿੰਦਾ। ਉਹੀ એનર્ਜੀ ਉਹਨੂੰ ਕੀ ਕਰਦਾ, ਮੂਵ ਕਰਨ ਦੇ ਵਿੱਚ, ਮਤਲਬ ਕਿ ਉਹ ਸਕੂਟਰ ਜਾਂ ਵਹੀਕਲ ਨੂੰ ਚਲਾਉਣ 'ਚ ਹੈਲਪ ਕਰਦਾ। ਇਹਦਾ ਮਤਲਬ ਫਿਊਲ ਜਿਹੜਾ ਉਹ ਕੀ ਕਰ ਰਿਹਾ, એનર્ਜੀ ਦੇ ਰਿਹਾ। ਉਹ એનર્ਜੀ ਹੀ ਜਿਹੜੀ ਹੈ ਕਾਹਦੇ ਵਾਸਤੇ ਯੂਜ਼ ਹੋ ਰਹੀ ਹੈ, ਉਹਨੂੰ ਚਲਾਉਣ ਦੇ ਵਿੱਚ ਯੂਜ਼ ਹੋ ਰਹੀ ਹੈ। ਕਦੋਂ એનર્ਜੀ ਮਿਲ ਰਹੀ ਹੈ, ਜਦੋਂ ਆਪਾਂ ਪੈਟਰੋਲ ਤੇ ਡੀਜ਼ਲ ਨੂੰ ਕੀ ਕਰਦੇ, ਬਰਨ ਕਰਦੇ ਆ, ਜਲਾਉਂਦੇ ਆ ਆਪਾਂ ਉਹਨਾਂ ਨੂੰ। ਆਪਾਂ ਉਹਨੂੰ ਕੀ ਕਰਦੇ ਆ, ਬਰਨ ਕਰਦੇ ਆ। ਬਰਨ ਮਤਲਬ ਆਪਾਂ ਜਦੋਂ ਉਹਨੂੰ ਚਲਾਉਂਦੇ ਆ, ਜਦੋਂ ਆਪਾਂ ਜਲਾਵਾਂਗੇ ਤਾਂ ਹੀ ਫਿਊਲ ਜਿਹੜਾ ਹੈ ਉਹ ਬਰਨ ਹੋਊਗਾ। ਜਦੋਂ ਬਰਨ ਹੋਊਗਾ ਉਹ 'ਚ એનર્ਜੀ ਨਿਕਲੇਗੀ। ਉਹ ਜਿਹੜੀ એનર્ਜੀ ਉਹ ਕਿਹਦੇ ਕੰਮ ਆਏਗੀ, ਉਹਨੂੰ ਚਲਾਉਣ ਦੇ ਵਿੱਚ, ਕਿ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰ ਸਕੇ। ਹੁਣ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਹੈ, ਐਪਲੀਕੇਸ਼ਨਸ ਆਫ ਕੈਮਿਸਟਰੀ। ਇਹ ਸਾਰੀ ਕੀ ਆ ਜਾਂਦੀਆਂ ਨੇ, ਐਪਲੀਕੇਸ਼ਨ ਆਫ ਕੈਮਿਸਟਰੀ। ਕੀ ਕੈਮਿਸਟਰੀ ਕਿੱਥੇ ਕਿੱਥੇ ਅਪਲਾਈ ਹੋ ਰਹੀ ਹੈ, ਹਰ ਜਗ੍ਹਾ ਤੇ ਤਾਂ ਹੋ ਰਹੀ ਹੈ। ਜਿੱਥੇ ਤੁਸੀਂ ਬੈਠੇ ਹੋ ਉੱਥੇ ਪਲਾਸਟਿਕ ਚੀਜ਼ਾਂ ਵੀ ਹੈਗੀਆਂ ਨੇ, ਉੱਥੇ ਕੰਚ ਦੀ ਚੀਜ਼ਾਂ ਵੀ ਹੈਗੀਆਂ ਨੇ, ਉੱਥੇ 골ਡ ਵੀ ਹੋ ਸਕਦਾ ਹੈ, ਉੱਥੇ ਸਿਲਵਰ ਵੀ ਹੋ ਸਕਦਾ ਹੈ, ਉੱਥੇ ਗ੍ਰੇਫਾਈਟ ਪੈਨਸਿਲ ਹੈਗੀ ਤੁਹਾਡੇ ਹੱਥਾਂ ਦੇ ਵਿੱਚ, ਡਾਇਮੰਡ ਹੋ ਸਕਦਾ ਹੈ। ਨਾ ਆਪਾਂ ਐਗਜ਼ਾਮਪਲ ਹੋਰ ਲੈ ਸਕਦੇ ਹਾਂ ਡਾਇਮੰਡ ਦੀ। ਡਾਇਮੰਡ ਬਣਿਆ ਕਾਹਦਾ ਹੁੰਦਾ, ਕਾਰਬਨ ਦਾ। ਮੇਨ ਕੰਪੋਨੈਂਟ ਕੀ ਇਹਦਾ, ਕਾਰਬਨ ਦਾ। ਤੇ ਹੁਣ ਉਹ ਕਾਰਬਨ ਕਿੱਥੋਂ ਆਈ ਹੈ, ਕੈਮਿਸਟਰੀ ਵੀ ਕਾਰਬਨ ਆਈ ਹੈ।
ਹੁਣ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਨੇ ਐਪਲੀਕੇਸ਼ਨ ਆਫ ਕੈਮਿਸਟਰੀ। ਇਹਦਾ ਮਤਲਬ ਸਾਡੇ ਡੇਲੀ ਲਾਈਫ ਦੇ ਵਿੱਚ ਕੈਮਿਸਟਰੀ ਦੀ ਜਿਹੜੀ ਯੂਟਿਲਾਈਜੇਸ਼ਨ ਹੈ ਉਹ ਬਹੁਤ ਜ਼ਿਆਦਾ ਹੈ। ਮਤਲਬ ਇਹਦੀਆਂ ਕੀ ਹੈ ਹਿਊਜ ਐਪਲੀਕੇਸ਼ਨਸ ਨੇ। ਹਿਊਜ ਐਪਲੀਕੇਸ਼ਨਸ ਦਾ ਮਤਲਬ ਕਿ ਇਹਦੀ ਕੈਮਿਸਟਰੀ ਦੀ ਸਾਡੀ ਡੇਲੀ ਲਾਈਫ 'ਚ ਬਹੁਤ ਜ਼ਿਆਦਾ ਯੂਜ਼ ਹੈ। ਉਹ ਬਹੁਤ ਜ਼ਿਆਦਾ ਯੂਜ਼ ਜੇ ਹੈਗਾ ਤਾਂ ਹੀ ਤਾਂ ਆਪਾਂ ਉਹਨੂੰ ਪੜ੍ਹ ਰਹੇ ਹਾਂ, ਨਹੀਂ ਤਾਂ ਉਹਨੂੰ ਪੜ੍ਹਨ ਦਾ ਕੋਈ ਫਾਇਦਾ ਹੀ ਨਹੀਂ। ਜਿਹਦਾ ਸਾਡੀ ਲਾਈਫ ਦੇ ਵਿੱਚ ਕੋਈ ਯੂਜ਼ ਹੀ ਨਹੀਂ, ਕੋਈ ਮਤਲਬ ਹੀ ਨਹੀਂ, ਉਹਨੂੰ ਆਪਾਂ ਪੜਾਂਗੇ ਕਦੀ ਵੀ ਨਹੀਂ ਪੜਾਂਗੇ। ਜਿਹਦਾ ਇੰਨਾ ਸਾਰਾ ਯੂਜ਼ ਹੋਏਗਾ ਆਪਾਂ ਉਹ ਨਹੀਂ ਪੜਾਂਗੇ। ਹੁਣ ਸਾਡੇ ਆਲੇ ਦੁਆਲੇ ਜਿੰਨੀਆਂ ਵੀ ਚੀਜ਼ਾਂ ਨੇ ਜਦ ਆਈਆਂ ਹੀ ਉਹ ਕੈਮਿਸਟਰੀ ਦਾ, ਇਹਦਾ ਮਤਲਬ ਕੈਮਿਸਟਰੀ ਦਾ ਪੜ੍ਹਨਾ ਕੀ ਹੈ ਬਹੁਤ ਜ਼ਰੂਰੀ ਹੈ। ਨੈਕਸਟ ਆਪਣੇ ਕੋਲ ਕੀ ਹੈ, ਇਹ ਤਾਂ ਹੋ ਗਈਆਂ ਐਪਲੀਕੇਸ਼ਨਸ। ਹੁਣ ਆਪਾਂ ਪੜਾਂਗੇ ਐਡਵਾਂਟੇजेस। ਸਟੇਟਸ ਆਫ ਮੈਟਰ, ਤੁਹਾਨੂੰ ਸਟਾਰਟਿੰਗ 'ਚ ਮੈਂ ਮੈਟਰ ਦੀ ਡਿਫਾਈਨ ਦੱਸੀ ਸੀਗੀ। ਮੈਟਰ ਕੀ ਹੁੰਦਾ, ਕੋਈ ਵੀ ਚੀਜ਼ ਜਿਹੜੀ ਜਗ੍ਹਾ ਘੇਰਦੀ ਹੈ, ਜਿਹਦਾ ਮਾਸ ਹੁੰਦਾ, ਆਪਾਂ ਨੂੰ ਕੀ ਕਹਿੰਦੇ ਆ ਮੈਟਰ ਕਹਿੰਦੇ ਆ। ਇਹ ਤਾਂ ਹੋ ਗਈ ਮੈਟਰ ਦੀ ਡਿਫਾਈਨ। ਹੁਣ ਆਪਾਂ ਦੇਖ ਰਹੇ ਹਾਂ ਸਟੇਟਸ ਆਫ ਮੈਟਰ ਕਿ ਮੈਟਰ ਦੀਆਂ ਕਿੰਨੀਆਂ ਸਟੇਟਸ ਨੇ। ਆਪਣੇ ਕੋਲ 3 ਸਟੇਟਸ ਨੇ, 3 ਸਟੇਟਸ ਆਫ ਮੈਟਰ। ਉਹ ਵੀ ਕਿਹਦੇ ਬੇਸਿਸ ਤੇ, ਇੰਟਰਨਲ ਆਰਡਰ ਦੇ ਬੇਸਿਸ। ਆਪਾਂ 3 ਸਟੇਟਸ ਆਫ ਮੈਟਰ ਜਿਹੜੀ ਬਣਾਈਆਂ ਨੇ ਕਿਹਦੇ ਬੇਸਿਸ ਤੇ ਕੀਤਾ ਹੈ, ਇੰਟਰਨਲ ਆਰਡਰ ਦੇ ਬੇਸ ਤੇ ਕੀਤਾ ਹੈ। ਇੰਟਰਨਲ ਆਰਡਰ ਮਤਲਬ ਕੀ ਹੈ, ਹੁਣ ਆਪਾਂ ਨੂੰ ਪਤਾ ਹੈ ਕਿ ਮੈਟਰ ਬਣਿਆ ਕਾਹਦਾ ਹੋਇਆ, ਕਾਹਦਾ ਬਣਿਆ ਹੋਇਆ ਐਟਮ ਸੇ ਮੋਲੀਕਿਊਲਸ ਦਾ। ਮੈਟਰ ਕਾਹਦਾ ਬਣਿਆ ਹੋਇਆ ਐਟਮਸ ਤੇ ਮੋਲੀਕਿਊਲਸ ਦਾ। ਹੁਣ ਜੇ ਮੈਟਰ ਆਪਣੇ ਕੋਲ ਐਟਮਸ ਤੇ ਮੋਲੀਕਿਊਲਸ ਦਾ ਬਣਿਆ ਹੋਇਆ ਹੈ, ਇਹਦਾ ਮਤਲਬ ਕਿ ਉਹ ਐਟਮਸ ਤੇ ਮੋਲੀਕਿਊਲ ਦਾ ਕਿਸ ਤਰ੍ਹਾਂ ਦਾ ਅਰੇਂਜਮੈਂਟ ਹੈ, ਉਹ ਕਿਸ ਤਰ੍ਹਾਂ ਅਰੇਂਜ ਹੋਏ ਹੋਏ ਹੈ ਕਿਹਦੇ ਵਿੱਚ ਮੈਟਰ ਦੇ ਅੰਦਰ, ਉਹਦੇ ਬੇਸਿਸ ਤੇ ਆਪਾਂ ਮੈਟਰ ਨੂੰ 3 ਹਿੱਸਿਆਂ 'ਚ ਡਿਵਾਈਡ ਕਰਤਾ। ਮਤਲਬ 3 ਸਟੇਟਸ ਆਫ ਮੈਟਰ ਹੋ ਗਈਆਂ। ਕਿਹੜੀ ਕਿਹੜੀ ਹੋ ਗਈ ਮੈਟਰ ਦੀ 3 ਸਟੇਟਸ? ਇੱਕ ਹੋਗੀ ਸੋਲਿਡ, ਇੱਕ ਆਪਾਂ ਲਿਖਤੀ है लिक्विड, तीजी आप लिखती है गैस। 3 स्टेट्स ऑफ मैटर लिखती है केड़े सॉलिड, लिक्विड ते गैस। हुण अपने कोल मैं तीनों एक एक करके डिस्टिंग्विश करूंगी, मतलब तीनों की फर्क है वो दसूंगी। सॉलिड की हुंदा है, लिक्विड की हुंदा है, गैस की हुंदा है। अगर मैं सिंपली देखा आ तुहानूं हार्ड देखने मिल रहा है ना, मैं सिंपल ही बोलना तो ये हार्ड देखने मिल रहा है, मतलब कि यहाँ जो चौक है बहुत हार्ड है देखने को। ਇਹਦਾ मतलब की हो गया सॉलिड। कोई चीज़ ਜਿਹੜੀ हार्ड ਹੁੰਦੀ ਉਹਨੂੰ ਆਪਾਂ ਕੀ ਲਵਾਂਗੇ सॉलिड। पानी देखे सबने, पानी की ਹੁੰਦਾ है हिलाओ तो मूव करता है ना, ਇਹਨੂੰ हिलाओ मूव कर रहा है नहीं मूव कर रहा, पर गिलास च पानी लेके ਉਹਨੂੰ हिलाओ मूव करेगा ना, ਇਹਦਾ मतलब की है लिक्विड है। गैस की ਹੁੰਦੀ है बैलून ਦੇ ਵਿੱਚ प्रेजेंट है ਜਾਂ सिलेंडर च प्रेजेंट या हवा प्रेजेंट है अपने कोल, ਉਹ ਕਿੱਚ ਆ ਜਾਏਗੀ गैस ਦੇ ਵਿੱਚ। मतलब ਜਿਹੜੀ दूर दूर ਜਾਂਦੀ है ਉਹ ਕੀ होगी गैस होगी। लिक्विड ਜਿਹੜਾ ਉਹ ਥੋੜਾ मूव करता पर ज़्यादा मूव नहीं करता, ਜਿਹੜਾ सॉलिड है बिल्कुल भी मूव नहीं करता। अगर मैं सिंपली देखा सॉलिड, लिक्विड ते गैस किद्दां दे हुंदे ने। सॉलिड मतलब हाँ चौक हो गया, पेन हो गया, बुक होगी, कॉपी होगी, कुछ भी हो गया। सॉलिड चेयर होगी, वो किच आ गया सॉलिड। लिक्विड की हो जाएगा पानी हो गया, मिल्क हो गया, तेल लै रहे ऑयल हो गया, वो किच आ जाएंगे लिक्विड च आ जाएंगे। गैस की सब तो बेस्ट एग्जांपल केड़ी है हवा, जिहड़ी साडे इत्थे प्रेजेंट है। तो 3 स्टेट्स ऑफ मैटर केड़े केड़े हैं सॉलिड, लिक्विड एंड गैस। ये 3 स्टेट्स ऑफ मैटर हो गई। हुण आपां मैं गल कीती सी इंटरनल ऑर्डर की गल कीती है कि ऑर्डर किस तरह दा, पार्टिकल्स दा अरेंजमेंट की है। ते अगर सॉलिड की गल करिए उन्हां च पार्टिकल्स दा अरेंजमेंट की है रेगुलर अरेंजमेंट ऑफ पार्टिकल। रेगुलर अरेंजमेंट होएगा। रेगुलर मतलब कि जे आपां देखिए एक आह एटम्स दी लेयर है, एक दूजी लेयर इस तरह होगी, तीजी लेयर इस तरह होगी, और बहुत टाइटली पैक ने। देखो इन्हां च गैप नहीं है, एटम्स एक दूजे नाल जुड़े हुए हैं। हुण इहदे विच भी पार्टिकल जिहड़े एक दूजे नाल की होए हैं जुड़े हुए हैं, बिल्कुल जुड़े हुए एटम्स एक दूजे नाल जुड़े हुए हैं। ठीक है, हुण जिहड़े जुड़े होणगे इन्हां नूं कहां मूव कर जो, नहीं कर सकते। हुण मैं इहनूं शेक करदे पई हां, तुहानूं दिखदा पिया पार्टिकल्स मूव करदे पे हैं, नहीं दिखणगे ना। पेन लो, कॉपी लो, कुछ भी लो, शेक करके देखो हिलदा कुछ नहीं हिलेगा। ਇਹਦਾ मतलब की ਉਹਦੇ ਪਾਰਟੀਕਲ ਜਿਹੜੇ ਉਹ ਕੀ ਹੈ क्लोजली पैक्ड ने।
क्लोजली पैक्ड, यहाँ तुम वर्ड यूज कर सकते हो वेरी क्लोजली पैक्ड, बहुत ज्यादा क्लोजली पैक्ड ने। जो पार्टिकल्स बहुत ज्यादा क्लोजली पैक्ड होंगे तद ਆਪਾਂ ਨੂੰ ਕੀ ਲਵਾਂਗੇ, ਸੋਲਿਡ ਲਵਾਂਗੇ। ਜਿਹਦੇ ਵਿੱਚ ਪਾਰਟੀਕਲਸ ਅਰੇਂਜਮੈਂਟ ਕੀ ਹੈ, ਇੱਕ ਤਾਂ ਪਾਰਟੀਕਲ ਦਾ ਅਰੇਂਜਮੈਂਟ ਕੀ ਹੈ, ਰੈਗੂਲਰ ਹੈ, ਦੂਜਾ ਕੀ ਹੈ, ਟਾਈਟਲੀ ਪੈਕਡ ਨੇ ਜਾਂ ਫਿਰ ਬਹੁਤ ਜ਼ਿਆਦਾ ਕਲੋਜ਼ਲੀ ਪੈਕਡ ਨੇ, ਆਪਾਂ ਨੂੰ ਕੀ ਕਹਿੰਦੇ ਆ, ਸੋਲਿਡ ਕਹਿੰਦੇ ਆ। ਹੁਣ ਅਗਰ ਆਪਾਂ ਲਿਕੁਇਡ ਦੀ ਗੱਲ ਕਰੀਏ, ਆਪਾਂ ਕੋਈ ਵੀ ਕੰਟੇਨਰ ਹੈ, उस कंटेनर से पानी लिखा हुआ है, एक ही हो गए पानी के मॉलिक्यूल्स हो गए। हुण आ कंटेनर है, कंटेनर दे विच की है, वाटर दे मॉलिक्यूल्स है। हुण इन्हों आपां हिला के देखिए, मूव कर सकते हैं ना, उन्हां च की हो रही है, मूवमेंट ऑफ पार्टिकल्स। जो हिला के देखोगे की हो रही है, मूवमेंट ऑफ पार्टिकल। बट एक गल है कि जी मूवमेंट हो रही है बहुत ज्यादा नहीं हो रही, क्यों, क्योंकि ये पार्टिकल ये नहीं कि इत्थों दी उड़ के बाहर जा रहे पार्टिकल्स, कभी नहीं जाएंगे, रहने गिलास के अंदर ही या कंटेनर के अंदर ही रहेंगे। जो भी आप चीज़ लावांगे ना वो अंदर ही पानी रहूगा, जाते उन्होंने हिला रहे हो तुसीं, जो उछालोगे वो अलग गल है, उछालना नहीं, आप सिंपली गल कर रहे हैं कि आप उन्होंने हिला के देख रहे हैं तो वो पार्टिकल्स मूव कर रहे हैं। बट यदा मतलब ये नहीं कि उड़ के बाहर चले गए, यदा मतलब कि पार्टिकल्स की मूवमेंट हो रही है। यदा मतलब जो अपने को पार्टिकल्स की मूवमेंट हो रही है ना, मतलब वो पार्टिकल्स बहुत ज्यादा टाइटली पैक नहीं है, थोड़े की है लूजली पैक्ड है, थोड़े खुले खुले पे है पार्टिकल्स। देखो खुले खुले पे है ना पार्टिकल्स, मैं जोड़े तो होए नहीं, ਇਹਦਾ मतलब ये पार्टिकल्स की है थोड़े खुले पे है, ਇਹਦਾ मतलब ਉਹਨਾਂ ਨੇ पार्टिकल्स को इन्नी टेंडेंसी हैगी है कि वो मूव कर सकन, मूव कर रहे हैं आराम नाल, ठीक है। तो वो किच आ जाएगा, लिक्विड च आ जाएगा। गैस की होएगा, मैं अगर फ्लास्क ले रही हूँ या कुछ भी ले रही हूँ, कोई भी कंटेनर लिता, जियां सिलेंडर ले लिया, सिलेंडर विच गैस पा लो, या बैलून ले लो, बैलून के अंदर गैस भर लो, वो जिहड़ी गैस है वो बहुत खुली खुली पई होगी। हुण तुहानूं भी पता खुली खुली पई है, या ਉਹਦੇ ਵਿੱਚ देखो ਆਪਾਂ बैलून ਨੂੰ करके देखते ना, प्रेस करके देखते हैं, आराम नाल प्रेस हो जाता है। जो आप किसी भी चीज़ ਨੂੰ ना जिस गैस होंगी है, बैलून की सब तो बेस्ट एग्जाम्पल है, तुसीं बैलून लो, ਉਹਨੂੰ दबा के देखो, दबेगा ना, क्यों दबेगा, क्योंकि ਉਹਦੇ पार्टिकल्स ਦੇ ਵਿੱਚ ਇੰਨਾ ज़्यादा स्पेस है कि जो अपन दबावांगे ना वो अगे अगे पुश हो जाएंगे, ਇਹ ਤਾਂ दूर दूर पे पार्टिकल्स, बहुत दूर दूर पे है, इन्ना इन्ना स्पेस पे है, इन्ना दे विच इन्नी जगह खाली पई है। जे मैं ਉਹਨੂੰ ਧੱਕਾ ਮਾਰੂੰਗੀ ਇਹਨੂੰ ਤੇ ਆ मूव करके इधर नहीं आ जाऊगा, ਇਹਦਾ मतलब कंप्रेस हो रहे हैं ना। तो जो कंप्रेस होंगे पार्टिकल्स वो क्यों हो रहे हैं, क्योंकि ये बहुत ज़्यादा लूजली पैक्ड ने, ठीक है। दूजी गल है, जो आप बैलून दे विच एक होल करिए वो सारी सारी गैस उड़ जाती है बाहर निकल के, ਇਹਦਾ मतलब की है ਉਹਦੇ जो मूव करने की टेंडेंसी बहुत ज़्यादा है, मतलब वो की कर सकते हैं, दीज आर फ्री टू मूव, ਉਹਨਾਂ ਕੋਲ ਇੰਨੀ ਜ਼ਿਆਦਾ टेंडेंसी है कि ਉਹ अगर आप एक होल किया ना, उस होल चो निकल के सारे पासे फैल जाएंगे, कि उन्होंने पार्टिकल्स इन्ने ज़्यादा दूर दूर ने, उत्तों दी उन्होंने कोल की है मूवमेंट उन्होंने की है बिल्कुल फ्री है, बड़े आराम नाल मूव करके इत्थे भी जा सकते हैं। सॉलिड के पार्टिकल मूव कर सकते हैं, नहीं कर सकते। लिक्विड के पार्टिकल मूव कर सकते हैं बट थोड़ा करते, ज़्यादा नहीं करते। बट जो गैस के पार्टिकल्स है बहुत ज़्यादा मूव करते हैं, मतलब उन्होंने को बिल्कुल ही फ्रीडम है कि वो आराम नाल कित्थे भी जा सकते हैं। इट मीनस आ तिना च की हो गया, डिस्टिंग्विश हो गया किहदे बेसिस ते, इंटरनल ऑर्डर के बेसिस से। ऑर्डर देखे ना पार्टिकल्स का, पहला ऑर्डर की सीगा बहुत टाइटली पैक है, उस तो बाद ऑर्डर की है थोड़ा ये लूजली पैक हो गया, ਇਹਦੇ ਵਿੱਚ ਕੀ ਹੈ बहुत ज़्यादा लूजली पैक्ड है। इस इंटरनल ऑर्डर के बेसिस से ਆਪਾਂ ਇਹਨਾਂ ਨੂੰ तीन कैटेगरीज डिवाइड ਕੀਤਾ, दैट इज सॉलिड, लिक्विड एंड गैस। ਹੁਣ ਜੇ मैं सॉलिड ਨੂੰ ਅੱਗੇ ਜੇ ਪਾਰਟਿਕੂਲਰ ਡਿਫਾਈਨ ਦੇਖੀਏ ਤਾਂ सॉलिड ਹੁੰਦਾ ਕੀ ਹੈ, सॉलिड की है which has definite shape and volume। सॉलिड अगर डिफाइन देखिए, सॉलिड है कि which has definite shape and definite volume। जे आप डेफिनेट की गल करते, डेफिनेट का मतलब होंगे फिक्स। हुण आह मेरे को जो चौक है, मेरे को चौक है, ये की है डेफिनेट शेप है, ये शेप चेंज हो रही है, मैं हाथ च पकड़े इस तरह शेप है, मतलब इतने पकड़े तो भी शेप है, जिधर ही अच्छा चलो ठीक है, तेरे को चेयर होएगी, वो चेयर को रूम च रख के देखो किधर शेप रहेगी, वो चेयर जिधर ही उधर ही होगी, रूम तो बाहर लेके चल जाओ,
ਕਿੱਦਾਂ ਦੀ ਸ਼ੇਪ ਹੋਏਗੀ, ਉਦਾਂ ਦੀ ਸ਼ੇਪ ਹੋਏਗੀ। ਇਹਦਾ ਮਤਲਬ ਕੀ ਹੈ, ਸੋਲਿਡ ਨੂੰ ਕਿੱਥੇ ਵੀ ਲੈ ਜਾਓ ਉਹਦੀ ਸ਼ੇਪ ਕੀ ਰਹਿਣੀ ਹੈ, ਡੈਫੀਨੇਟ ਰਹਿਣੀ ਹੈ, ਉਹਦੀ ਸ਼ੇਪ ਚੇਂਜ ਨਹੀਂ ਹੋਣੀ। ਦੂਜਾ ਵੋਲਿਊਮ ਦੀ ਗੱਲ ਕਰੀਏ, ਵੋਲਿਊਮ ਕਹਿੰਦਾ ਕਿੰਨੀ ਜਗ੍ਹਾ ਘੇਰ ਰਿਹਾ ਹੈ। ਹੁਣ ਦੇਖੋ ਜਿੰਨੇ ਮੇਰੇ ਇਸ ਰੂਮ 'ਚ ਜਗ੍ਹਾ ਘੇਰੂਗੀ ਕੁਰਸੀ, ਉਨੀ ਰੂਮ ਤੋਂ ਬਾਹਰ ਜਗ੍ਹਾ ਘੇਰੂਗੀ, ਉਸ ਤੋਂ ਬਾਅਦ ਤੱਕ ਘੇਰ ਨਹੀਂ ਲਊਗੀ। ਇਹਦਾ ਮਤਲਬ ਉਹਦਾ ਵੋਲਿਊਮ ਵੀ ਕੀ ਰਹਿ ਰਿਹਾ ਹੈ, ਡੈਫੀਨੇਟ ਰਹਿ ਰਿਹਾ, ਫਿਕਸ ਰਹਿ ਰਿਹਾ। ਤੇ ਸੋਲਿਡ ਕੀ ਹੁੰਦਾ, ਜਿਹੜੀ ਡੈਫੀਨੇਟ ਸ਼ੇਪ ਹੁੰਦੀ ਹੈ ਤੇ ਡੈਫੀਨੇਟ ਵੋਲਿਊਮ ਹੁੰਦਾ, ਆਪਾਂ ਉਹਨੂੰ ਕੀ ਕਹਿੰਦੇ ਆ, ਸੋਲਿਡ ਕਹਿੰਦੇ ਆ। ਹੁਣ ਲਿਕੁਇਡ ਦੀ ਗੱਲ ਕਰੀਏ, ਲਿਕੁਇਡ ਕੀ ਆਪਣੇ ਕੋਲ, डेफिनेट वॉल्यूम बट नॉट शेप। ਉਹਦਾ ਵੋਲਿਊਮ ਤਾਂ ਡੈਫੀਨੇਟ ਹੋਏਗਾ ਲਿਕੁਇਡ ਦਾ। ਹੁਣ ਵੋਲਿਊਮ ਕਿਵੇਂ ਡੈਫੀਨੇਟ ਹੈ, ਸ਼ੇਪ ਡੈਫੀਨੇਟ ਨਹੀਂ ਹੈਗੀ। ਜੇ ਪਾਣੀ ਨੂੰ ਗਲਾਸ ਚ ਪਾਈਏ ਉਹ ਗਲਾਸ ਵਰਗੀ ਸ਼ੇਪ ਲਏਗਾ, ਕੋਲੀ ਚ ਪਾਈਏ ਕੋਲੀ ਵਰਗੀ ਸ਼ੇਪ ਲਊਗਾ। ठीक है, मतलब कि जिद्दां दे कंटेनर च आप पाओगे उदा दी वो शेप लै लेगा। मतलब शेप की है, फिक्स नहीं है। हुण जिवें कुर्सी रखिया सी, रूम च रखिया ओदे वर्गी शेप है, कुर्सी वर्गी। हुण जे बाहर रखोगे तां भी कुर्सी वर्गी रहनी, वो चेंज तो हो नहीं रही। पर जे आपां पानी दी गल करिए, पानी नूं गिलास च रखिए गिलास वर्गी शेप है, जो उहनूं कोली च पाने हो कोली वर्गी शेप है। इहदा मतलब शेप जिहड़ी वो की है, डेफिनेट नहीं है, डज नॉट हैव डेफिनेट शेप, डेफिनेट शेप नहीं है। बट वॉल्यूम की गल करिए, जे तुसीं 1 लीटर दुध लैके आते हो, 1 लीटर दुध नूं तुसीं जे किसी डोंगे च पाते हो तो डोंगे वर्गी शेप ले लेगा, ठीक है। बट रहूगा तो 1 लीटर ही ना, 1 लीटर तो नहीं जाऊगा। जे तुसीं ओनू डोलची च पाते हो तो डोलची वर्गी शेप ले लूगा, पर रहूगा तो 1 लीटर। मतलब वो वॉल्यूम चेंज नहीं हो रहा, वो की शेप चेंज हो रही है, शेप चेंज हो रही है। तो अपने को लिक्विड की होंदा है जिहदी शेप की होंदी है नॉट पर्टिकुलर शेप, बट वॉल्यूम की है, फिक्स है, उन्होंने आपां की कह दिंदे आ, लिक्विड कह दिंदे आ। नैक्सट इज गैस की गल करिए, neither definite shape nor volume। जिहदी ना तो शेप डेफिनेट होवे ना ही वॉल्यूम डेफिनेट होवे, ਆਪਾਂ ਨੂੰ ਕੀ ਕਹਿ ਦਿੰਦੇ ਆ, ਗੈਸ ਕਹਿ ਦਿੰਦੇ ਆ। ਹੁਣ देखो अगर बैलून च पाया तो बैलून वर्गी शेप है, सिलेंडर च पाया सिलेंडर वर्गी शेप है। मतलब कि वो शेप की हो रही है, चेंज हो रही है ना। मतलब शेप जो डेफिनेट नहीं है, ना इधर मतलब जी डेफिनेट शेप ना होवे, ना इधर मतलब नहीं होना, की नहीं होना, डेफिनेट शेप नहीं होती, ठीक है। नॉट का मतलब की है, वो भी की है जी चीज़ पॉसिबल नहीं है, नहीं हो सकती, की नहीं हो सकती, वॉल्यूम जो डेफिनेट नहीं हो सकता। तो वॉल्यूम क्यों नहीं डेफिनेट होता। हुण देखो अगर मैं बैलून दी वाली हवा नूं बाहर कढ़दा तो कित्थे चल जाऊगी, रूम चल जाऊगी, रूम तो बाहर तक चल जाएगी। मतलब जिन्नी ज़्यादा तो ज़्यादा जगह घेर सकता उन्नी तो उन्नी ज़्यादा घेरेगा। मतलब ओरी जगह घेरन की टेंडेंसी लिमिट नहीं है, मतलब जिन्नी दूर जा सकती गैस उन्नी दूर जाएगी। ਇਹਦਾ मतलब ਉਹਦਾ वॉल्यूम ਜਿਹੜਾ ਉਹ ਫਿਕਸ नहीं है। ਜੇ बैलून च पाऊंगी तो बैलून जिन्नी आऊगी, जे सिलेंडर च पा दूंगी ना उस गैस ਨੂੰ तो सिलेंडर जिन्ना वॉल्यूम ऑक्यूपाई कर लेगी। ਇਹਦਾ मतलब ना तो डेफिनेट शेप है ना ही ਉਹਦਾ वॉल्यूम है, ਉਹਨੂੰ ਆਪਾਂ ਕੀ ਕਹਿ ਦਾਂਗੇ, ਗੈਸ ਕਹਿ ਦਾਂਗੇ। ਇਹ ਹੋ ਗਿਆ ਆਪਣੇ ਕੋਲ ਇੰਟਰਨਲ ਆਰਡਰ ਦੇ ਬੇਸਿਸ ਤੇ ਆਪਾਂ ਕੀ ਕਰਤਾ, ਸੋਲਿਡ ਲਿਕੁਇਡ ਤੇ ਗੈਸ ਨੂੰ ਡਿਸਟ੍ਰੀਬਿਊਟ ਕਰਤਾ। ਹੁਣ ਆਪਣੇ ਕੋਲ ਅੱਗੇ ਹੈ ਆਪਾਂ ਜਿਹੜੀਆਂ 3 ਸਟੇਟਸ ਆਫ ਮੈਟਰ ਬਣੀਆਂ ਨੇ, ਤਿੰਨੋਂ ਸਟੇਟਸ ਆਫ ਮੈਟਰ ਜਿਹੜੀਆਂ ਨੇ ਉਹ ਇੰਟਰ ਕਨਵਰਟੇਬਲ ਹੈ। these 3 states of matter are interconvertible। अब जी तीनों स्टेट्स ऑफ मैटर है ना, सॉलिड लिक्विड ते गैस, ये इंटर कन्वर्टिबल है। इंटर कन्वर्टिबल मतलब एक दूसरे कन्वर्ट हो सकते हैं। हुण किवें, अपने कोल सॉलिड है, ठीक है, एक अपने कोल लिक्विड है, एक अपने कोल की है, गैस है। अब 3 स्टेट्स ऑफ मैटर है, सॉलिड लिक्विड ते गैस। तुसीं सॉलिड नूं चाहो किस कन्वर्ट कर सकते हो, लिक्विड च कन्वर्ट कर सकते हो, लिक्विड नूं किस कन्वर्ट कर सकते हो, गैस कन्वर्ट कर सकते हो, तो गैस नूं किस कन्वर्ट कर सकते हो, सॉलिड्स कन्वर्ट कर सकते हो। हुण देखो सॉलिड नूं लिक्विड्स किवें कन्वर्ट करना है, बर्फ हुंदी है, बर्फ पिघल जाती है, बर्फ किस फॉर्म च हुंदी, पहला सॉलिड दी फॉर्म च, जो पिघल जाती किस फॉर्म चल जाती, पानी दी फॉर्म चल जाती, मतलब लिक्विड दी फॉर्म चल जाती है। इहनूं आपां कहंदे आ बर्फ जो पिघलेगी तो की बनाएगी, पानी बनाएगी। पिघलना नूं आपां की बोलदे हैं, मेल्टिंग। की बोलांगे आपां, मेल्टिंग। मेल्टिंग मतलब की हुंदा है, पिघलना।
ਓਕੇ, ਮੈਲਟਿੰਗ ਦਾ ਮਤਲਬ ਕੀ ਹੈ? ਪਿਘਲਣਾ। ਜਦੋਂ ਆਪਾਂ ਬਰਫ਼ ਨੂੰ ਪਿਘਲਾਵਾਂਗੇ ਤਾਂ ਉਹ ਕਿਚ ਕਨਵਰਟ ਹੋ ਜਾਏਗੀ? ਲਿਕੁਇਡ ਕਨਵਰਟ ਹੋ ਜਾਏਗੀ। ਇਹਦਾ ਮਤਲਬ ਉਹਦੀ ਕੀ ਹੋਗੀ? ਮੈਲਟਿੰਗ ਹੋਗੀ। ਹੁਣ ਅਗਰ ਆਪਾਂ ਪਾਣੀ ਹੈ, ਪਾਣੀ ਨੂੰ ਬੋਇਲ ਕਰਦੇ ਨਾ, ਉਹਦੇ ਭਾਫ ਬਣਨੀ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਜਿਹੜਾ ਪਾਣੀ ਉਹ ਕਿਸ ਫਾਰਮ ਸੀਗਾ? ਲਿਕੁਇਡ ਫਾਰਮ ਸੀਗਾ। ਜਦੋਂ ਆਪਾਂ ਉਹਨੂੰ ਬੋਇਲ ਕੀਤਾ ਤਾਂ ਕਿਚ ਕਨਵਰਟ ਹੋ ਗਿਆ? ਗੈਸ ਦੀ ਫਾਰਮ ਚ ਕਨਵਰਟ ਹੋ ਗਿਆ ਨਾ। ਇਹਨੂੰ ਆਪਾਂ ਕੀ ਬੋਲਦੇ ਆ? ਬੋਇਲਿੰਗ। ਉਬਾਲਣਾ ਨੂੰ ਆਪਾਂ ਕੀ ਬੋਲਦੇ ਆ? ਉਬਾਲਣਾ। ਠੀਕ ਹੈ, ਉਹਨੂੰ ਕੀ ਬੋਲਦੇ ਆ? ਬੋਇਲਿੰਗ। ਲਿਕੁਇਡ ਨੂੰ ਬੋਇਲ ਕੀਤਾ ਤਾਂ ਆਪਣੇ ਕੋਲ ਕੀ ਬਣ ਗਿਆ? ਗੈਸ ਬਣ ਗਈ। ਠੀਕ ਹੈ, ਹੁਣ ਜੇ ਆਪਾਂ ਗੱਲ ਕਰੀਏ ਕਿਸੇ ਗੈਸ ਨੂੰ ਸੋਲਿਡ ਚ ਕਨਵਰਟ ਕਰਨਾ, ਜੇ ਕਿਸੇ ਗੈਸ ਹੈ ਕਿਸੇ ਨੂੰ ਸੋਲਿਡ ਚ ਕਨਵਰਟ ਕਰਨਾ, ਮਤਲਬ ਕਿ ਕਿਸੇ ਗੈਸ, ਪਹਿਲੀ ਗੈਸ ਬੜੇ ਆਰਾਮ ਨਾਲ ਮੂਵ ਕਰ ਰਹੀ ਸੀਗੀ, ਹੁਣ ਉਹ ਕਿਸੇ ਜਗ੍ਹਾ ਤੇ ਆ ਕੇ ਫਿਕਸ ਹੋ ਚੁੱਕੀ ਹੈ। ਉਸ ਫਿਕਸ ਨੂੰ ਆਪਾਂ ਬੋਲਦੇ ਆ ਕਿ ਉਹਦੀ ਐਡਜ਼ੋਰਪਸ਼ਨ ਹੋਗੀ। ਐਡਜ਼ੋਰਪਸ਼ਨ ਹੋਗੀ। ਐਡਜ਼ੋਰਪਸ਼ਨ ਦਾ ਮਤਲਬ ਕਿ ਕਿਸੇ ਸਰਫੇਸ ਤੇ ਆ ਕੇ ਇਕੱਠੀ ਹੋਗੀ। ਐਡਜ਼ੋਰਪਸ਼ਨ ਜਿਹੜੀ ਹੁੰਦੀ ਹੈ ਨਾ, ਐਡਜ਼ੋਰਪਸ਼ਨ ਦਾ ਮਤਲਬ ਕੀ ਹੁੰਦਾ ਹੈ? ਇਹ ਤੁਹਾਨੂੰ ਟਿਪੀਕਲ ਲੱਗਦਾ ਹੋਊਗਾ ਵਰਡ ਕਿ ਐਡਜ਼ੋਰਪਸ਼ਨ ਹੁੰਦਾ ਕੀ ਹੈ? ਕਿਸੇ ਚੀਜ਼ ਦਾ ਕਿਸੇ ਸਰਫੇਸ ਤੇ ਆ ਕੇ ਖੜੇ ਹੋ ਜਾਣਾ, ਟਿਕ ਜਾਣਾ, ਉੱਥੇ ਆ ਕੇ ਖੜੇ ਹੋ ਜਾਣਾ, ਉਹਨੂੰ ਕੀ ਬੋਲਦੇ ਆ? ਐਡਜ਼ੋਰਪਸ਼ਨ। ਗੈਸ ਕਿਸੇ ਸੋਲਿਡ ਦੇ ਉੱਤੇ ਆ ਕੇ ਲੱਗੇ ਤਾਂ ਉਹਨੂੰ ਕੀ ਬੋਲਦੇ ਆ? ਐਡਜ਼ੋਰਪਸ਼ਨ ਬੋਲਦੇ ਆ। ਕਿਸੇ ਵੀ ਗੈਸ ਦਾ ਕਿਸੇ ਸੋਲਿਡ ਸਰਫੇਸ ਤੇ ਆ ਕੇ ਲੱਗਣਾ, ਉਹਨੂੰ ਕੀ ਬੋਲਦੇ ਆ? ਐਡਜ਼ੋਰਪਸ਼ਨ ਬੋਲਦੇ ਆ। ਤਾਂ ਗੈਸ ਜੇ ਸੋਲਿਡ ਤੇ ਆ ਕੇ ਲੱਗ ਗਈ ਉਹਨੂੰ ਕੀ ਬੋਲਾਂਗੇ? ਐਡਜ਼ੋਰਪਸ਼ਨ। ਸਰਫੇਸ ਤੇ ਆ ਕੇ ਲੱਗ ਗਈ। ਠੀਕ ਹੈ, ਨੈਕਸਟ ਮੈਂ ਤਾਂ ਦੱਸਿਆ ਕਿ ਸੋਲਿਡ ਲਿਕੁਇਡ ਚ ਕਨਵਰਟ ਕਰ ਸਕਦੇ ਆ। ਕੀ ਆਪਾਂ ਲਿਕੁਇਡ ਨੂੰ ਸੋਲਿਡ ਚ ਕਨਵਰਟ ਕਰ ਸਕਦੇ ਆ? ਸੋਚੋ ਕਿ ਆਪਾਂ ਲਿਕੁਇਡ ਨੂੰ ਸੋਲਿਡ ਚ ਕਨਵਰਟ ਕਰ ਸਕਦੇ ਆ? ਕਰ ਸਕਦੇ ਆ। ਪਾਣੀ ਤੋਂ ਬਰਫ਼ ਬਣਾਉਂਦੇ ਆ। ਪਾਣੀ ਤੋਂ ਕੀ ਬਣਦਾ ਹੈ? ਬਰਫ਼ ਬਣਦੀ ਹੈ। ਇਹ ਕਦੋਂ ਬਣਦੀ ਹੈ? ਜਦੋਂ ਆਪਾਂ ਉਹਨੂੰ ਕੀ ਕਰਦੇ ਆ? ਫਰੀਜ਼ ਕਰਦੇ ਆ, ਮਤਲਬ ਉਹਨੂੰ ਜਮਾਨੇ ਆ। ਫਰੀਜ਼ਿੰਗ। ਲਿਕੁਇਡ ਸੋਲਿਡ ਚ ਕਨਵਰਟ ਹੁੰਦਾ ਜਦੋਂ ਆਪਾਂ ਉਹਨੂੰ ਕੀ ਕਰਦੇ ਆ? ਫਰੀਜ਼ ਕਰਦੇ ਆ, ਜਮਾਨੇ ਆ। ਜਦੋਂ ਲਿਕੁਇਡ ਜੰਮ ਜਾਂਦਾ ਹੈ ਕਿਸ ਕਨਵਰਟ ਹੋ ਜਾਂਦਾ ਹੈ? ਸੋਲਿਡ ਚ ਕਨਵਰਟ ਹੋ ਜਾਂਦਾ ਹੈ। ਪਾਣੀ ਦੇ ਜੰਮਣ ਤੋਂ ਬਾਅਦ ਕੀ ਬਣਦਾ? ਬਰਫ਼ ਬਣਦੀ ਹੈ ਨਾ, ਮਤਲਬ ਉਹਦੀ ਕੀ ਹੁੰਦੀ ਹੈ? ਫਰੀਜ਼ਿੰਗ ਹੁੰਦੀ ਹੈ। ਏਦਾਂ ਆਪਣੇ ਕੋਲ ਅਗਰ ਕੋਈ ਗੈਸ ਹੈ, ਗੈਸ ਨੂੰ ਆਪਾਂ ਲਿਕੁਇਡ ਚ ਕਨਵਰਟ ਕਰ ਸਕਦੇ ਆ। ਕਿਸੇ ਗੈਸ ਨੂੰ ਲਿਕੁਇਡ ਚ ਕਨਵਰਟ ਕਰ ਸਕਦੇ ਆ। ਯੈਸ, ਆਪਾਂ ਕਿਸੇ ਵੀ ਗੈਸ ਨੂੰ ਲਿਕੁਇਡ ਚ ਕਨਵਰਟ ਕਰ ਸਕਦੇ ਆ। ਕਦੋਂ? ਜਦੋਂ ਆਪਾਂ ਨੂੰ ਠੰਡਾ ਕਰੀਏ। ਇਹਨੂੰ ਕਹਿੰਦੇ ਕੰਡੈਂਸੇਸ਼ਨ। ਠੰਡਾ ਕਰਨਾ ਕੀ ਹੁੰਦਾ ਹੈ? ਮੈਂ ਸਾਈਡ ਤੇ ਲਿਖ ਰਹੀ ਹਾਂ, ਕੰਡੈਂਸੇਸ਼ਨ। ਕੰਡੈਂਸੇਸ਼ਨ ਮਤਲਬ ਹੁੰਦਾ ਠੰਡਾ ਕਰਨਾ, ਕਿਸ ਚੀਜ਼ ਨੂੰ ਕੰਡੈਂਸ ਕਰ ਦੇਣਾ। ਤੇ ਜਦੋਂ ਆਪਾਂ ਗੈਸ ਨੂੰ ਲਿਕੁਇਡ ਚ ਕਨਵਰਟ ਕਰਨਾ ਹੈ ਤਾਂ ਉਹਨੂੰ ਕੀ ਕਰਾਂਗੇ? ਆਪਾਂ ਕੰਡੈਂਸ ਕਰਾਂਗੇ, ਠੰਡਾ ਕਰਾਂਗੇ, ਕੰਡੈਂਸੇਸ਼ਨ ਕਰਾਂਗੇ। ਠੀਕ ਹੈ, ਤੇ ਜੇ ਆਪਾਂ ਕਿਸੇ ਸੋਲਿਡ ਨੂੰ ਗੈਸ ਕਨਵਰਟ ਕਰਨਾ ਹੈ, ਨੋਰਮਲ ਕੀ ਕਰਦੇ ਆ? ਪਹਿਲਾਂ ਸੋਲਿਡ ਵਿੱਚ ਕਨਵਰਟ ਹੁੰਦਾ ਹੈ, ਲਿਕੁਇਡ ਚ ਕਨਵਰਟ ਹੁੰਦਾ ਹੈ, ਫਿਰ ਲਿਕੁਇਡ ਵਿੱਚ ਕਨਵਰਟ ਹੁੰਦਾ ਹੈ, ਗੈਸ ਚ ਕਨਵਰਟ ਹੁੰਦਾ ਹੈ। ਹੁਣ ਦੇਖੋ, ਸੋਲਿਡ ਨੂੰ ਲਿਕੁਇਡ ਚ ਕਨਵਰਟ ਕੀਤਾ, ਕਿੱਦਾਂ ਕਨਵਰਟ ਕੀਤਾ? ਪਹਿਲਾਂ ਉਹਨੂੰ ਕੀ ਕੀਤਾ ਆਪਾਂ? ਮੈਲਟ ਕੀਤਾ, ਮੈਲਟਿੰਗ ਕਰਤੀ। ਲਿਕੁਇਡ ਵਿੱਚ ਕਨਵਰਟ ਹੋ ਗਈ ਗੈਸ। ਜਦੋਂ ਆਪਾਂ ਉਹਨੂੰ ਕੀ ਕੀਤਾ? ਬੋਇਲ ਕੀਤਾ, ਉਹਨੂੰ ਉਬਾਲਿਆ, ਉਸ ਤੋਂ ਬਾਅਦ ਗੈਸ ਬਣ ਗਈ। ਗੈਸ ਨੂੰ ਹੁਣ ਆਪਾਂ ਕੀ ਕਰ ਰਹੇ? ਗੈਸ ਨੂੰ ਸੋਲਿਡ ਕਨਵਰਟ ਕੀਤਾ, ਕਿੱਦਾਂ ਕੀਤਾ? ਐਡਜ਼ੋਰਪਸ਼ਨ ਕਰਕੇ। ਹੁਣ ਕੁਐਸਚਨ ਆਪਣੇ ਕੋਲ ਕੀ ਆਪਾਂ ਸੋਲਿਡ ਨੂੰ ਸਿੱਧਾ ਗੈਸ ਕਨਵਰਟ ਕਰ ਸਕਦੇ ਆ? ਯੈਸ, ਕਰ ਸਕਦੇ ਆ। ਕਿਸੇ ਵੀ ਸੋਲਿਡ ਨੂੰ ਗੈਸ ਕਨਵਰਟ ਕਰਨਾ ਤਾਂ ਆਪਾਂ ਉਹਦੀ ਕੀ ਕਰਾਂਗੇ? ਸਬਲੀਮੇਸ਼ਨ। ਸਭ ਨੇ ਮੁਸ਼ਕ ਕਪੂਰ ਦੇਖਿਆ ਹੋਣਾ ਹੈ, ਕੈਂਫਰ ਜਿਹਨੂੰ ਆਪਾਂ ਕਹਿੰਦੇ ਆ, ਕਪੂਰ, ਕੈਂਫਰ। ਜਿਹੜਾ ਮੁਸ਼ਕ ਕਪੂਰ ਹੁੰਦਾ ਹੈ, ਜਦੋਂ ਆਪਾਂ ਉਹਨੂੰ ਹਵਨ ਚ ਯੂਜ਼ ਕਰਦੇ ਹੁੰਦੇ ਆ, ਉਹ ਚ ਪਾ ਕੇ ਨਾ, ਜਦੋਂ ਉਹਦੇ ਕੀ ਕਰਦੇ ਆ, ਉਹ ਕਿਸ ਫਾਰਮ ਚ ਹੁੰਦਾ? ਵੈਸੇ ਟਿੱਕੀ ਆਉਂਦੀ ਉਹਦੀ, ਮਤਲਬ ਸੋਲਿਡ ਫਾਰਮ ਚ ਹੁੰਦਾ ਹੈ। ਜਦੋਂ ਗਰਮ ਕਰਦੇ ਨਾ, ਬਰਨ ਕਰਦੇ ਆ, ਤਾਂ ਉਹ ਸਿੱਧੀ ਗੈਸ ਕਨਵਰਟ ਹੋ ਜਾਂਦਾ ਹੈ। ਮਤਲਬ ਉਹ ਆਪਾਂ ਨਾਰਮਲੀ ਕੀ ਕਰਦੇ ਆ? ਬਰਫ਼ ਵੀ ਲੈਂਦੇ ਆ ਨਾ, ਬਰਫ਼ ਸਿੱਧਾ ਭਾਫ ਨਹੀਂ ਬਣਦੀ, ਪਹਿਲਾਂ ਕਿਸ ਕਨਵਰਟ ਹੁੰਦੀ ਹੈ? ਪਾਣੀ ਚ। ਫਿਰ ਪਾਣੀ ਤੋਂ ਜਾ ਕੇ ਕਿਸ ਕਨਵਰਟ ਹੁੰਦੀ ਹੈ? ਭਾਫ ਚ ਕਨਵਰਟ ਹੁੰਦੀ ਹੈ। ਬਟ ਆਪਣੇ ਕੋਲ ਕੀ ਹੈ? ਆਪਾਂ ਨੂੰ ਪਾਣੀ ਨਹੀਂ ਚਾਹੀਦਾ, ਆਪਾਂ ਨੂੰ ਸਿੱਧਾ ਸੋਲਿਡ ਵਿੱਚ ਕਨਵਰਟ ਕਰਨਾ ਹੈ, ਗੈਸ ਚ। ਤੇ ਇਹਦੀ ਐਗਜ਼ਾਮਪਲ ਹੈ ਕੈਂਫਰ ਦੀ। ਜਿਹੜਾ ਕੈਂਫਰ ਹੈ, ਮੁਸ਼ਕ ਕਪੂਰ ਹੈ, ਜਦੋਂ ਆਪਾਂ ਉਹਨੂੰ ਗਰਮ ਕਰਦੇ ਹਾਂ ਨਾ, ਸਿੱਧੀ ਕਿਚ ਕਨਵਰਟ ਹੁੰਦਾ, ਭਾਫ ਚ ਕਨਵਰਟ ਹੋ ਜਾਂਦਾ ਹੈ। ਇਹਦਾ ਮਤਲਬ ਉਹਦੀ ਕੀ ਹੋਗੀ? ਸਬਲੀਮੇਸ਼ਨ। ਉਹਨੂੰ ਆਪਾਂ ਕੀ ਬੋਲਦੇ ਆ? ਸਬਲੀਮੇਸ਼ਨ। ਇਹ ਮੈਂ ਸਾਰੀਆਂ ਤੁਹਾਨੂੰ ਜਿਹੜੀਆਂ ਇੰਟਰੋਡਕਸ਼ਨਸ ਦਿੱਤੀਆਂ ਨੇ, ਇਹ ਸਿਰਫ ਤੁਹਾਨੂੰ ਸਮਝਣ ਵਾਸਤੇ। ਆਪਾਂ, ਮੈਨੂੰ ਪਤਾ ਤੁਹਾਨੂੰ ਥੋੜਾ ਔਖਾ ਲੱਗ ਰਿਹਾ ਹੋਊਗਾ ਕਿ ਆਹ ਕੰਡੈਂਸੇਸ਼ਨ ਕਿੱਥੋਂ ਆ ਗਈ ਨਵੀਂ ਟਰਮ, ਆ ਸਬਲੀਮੇਸ਼ਨ ਕਿੱਥੋਂ ਆ ਗਈ, ਐਡਜ਼ੋਰਪਸ਼ਨ ਕਿੱਥੋਂ ਆ ਗਈ। ਇਹ ਸਾਰੀ ਚੀਜ਼ਾਂ ਤੁਸੀਂ ਪੜ੍ਹੀਆਂ ਨਹੀਂ ਹੋਈਆਂ, ਤੁਸੀਂ ਆ ਵੀ ਨਹੀਂ ਪੜ੍ਹਿਆ ਹੋਣਾ ਮੈਲਟਿੰਗ ਕੀ ਹੈ, ਫਰੀਜ਼ਿੰਗ ਕੀ ਹੈ, ਬੋਇਲਿੰਗ। ਚਲੋ ਇਹ ਤਾਂ ਤਿੰਨੋਂ ਟਰਮਸ ਫਿਰ ਵੀ ਤੁਸੀਂ ਮਾੜੀਆਂ ਮੋਟੀਆਂ ਸੁਣੀਆਂ ਹੋਗੀਆਂ, ਪਰ ਆ ਜਿਹੜੀ ਕੰਡੈਂਸੇਸ਼ਨ ਹੋ ਗਈ, ਸਬਲੀਮੇਸ਼ਨ ਹੋ ਗਈ, ਐਡਜ਼ੋਰਪਸ਼ਨ ਹੋ ਗਈ, ਇਹ ਤੁਹਾਨੂੰ ਸਮਝ ਨਹੀਂ ਆਈਆਂ ਹੋਣਗੀਆਂ। ਇਹਨਾਂ ਨੂੰ ਸਮਝਣ ਵਾਸਤੇ ਆਪਾਂ ਥੋੜੀ ਹੋਰ ਅੱਗੇ ਡਿਟੇਲ ਜਾਵਾਂਗੇ, ਬਟ ਹਲੇ ਤੁਸੀਂ ਸਿਰਫ ਇੰਨਾ ਪੜ੍ਹਨਾ ਹੈ ਕਿ ਮੈਲਟਿੰਗ ਕੀ ਹੈ, ਫਰੀਜ਼ਿੰਗ ਕੀ ਹੈ, ਬੋਇਲਿੰਗ ਕੀ ਹੈ। ਜਾਂ ਤੁਸੀਂ ਹਲੇ ਇਹ ਸਮਝੋ
ਕਿ ਆਪਾਂ ਸੋਲਿਡ ਜਾਂ ਲਿਕੁਇਡ ਜਾਂ ਗੈਸ ਨੂੰ ਆਪਾਂ ਇੱਕ ਦੂਜੇ 'ਚ ਕਨਵਰਟ ਕਰ ਸਕਦੇ ਹਾਂ। ਇਹ ਨਹੀਂ ਕਿ ਆਪਾਂ ਕਨਵਰਟ ਨਹੀਂ ਕਰ ਸਕਦੇ, ਮਤਲਬ ਆਪਾਂ ਨੂੰ ਕੋਈ ਨਾ ਕੋਈ ਕੰਡੀਸ਼ਨ ਲਗਾਉਣੀ ਪਊਗੀ, ਉਹ ਕੰਡੀਸ਼ਨਸ ਲਗਾਵਾਂਗੇ ਤਦ ਉਹ ਤਿੰਨੋਂ ਇੱਕ ਦੂਜੇ 'ਚ ਕਨਵਰਟ ਹੋ ਸਕਦੀਆਂ। ਸਿਰਫ ਤੁਸੀਂ ਆਪਣੇ ਮਾਈਂਡ 'ਚ ਰੱਖਣਾ ਹੈ ਕਿ ਆਪਾਂ ਤਿੰਨੋਂ ਫਾਰਮਸ ਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਕਨਵਰਟ ਕਰ ਸਕਦੇ ਹਾਂ, ਠੀਕ ਹੈ। ਤੇ ਆ ਜਿਹੜੇ ਟਰਮਸ ਹੈਗੇ ਆਪਾਂ ਅੱਗੇ ਜਦੋਂ ਹੋਰ ਜ਼ਿਆਦਾ ਪੜਾਂਗੇ ਨਾ ਤੁਹਾਨੂੰ ਹੋਰ ਜ਼ਿਆਦਾ ਕਲੈਰੀਫਾਈ ਹੋ ਜਾਊਗਾ, ਹੋਰ ਜ਼ਿਆਦਾ ਸਮਝ ਆਉਣਗੀਆਂ, ਪਰ ਹਲੇ ਤੁਹਾਨੂੰ ਨਵੀਆਂ ਨੇ ਜਿਸ ਤੁਹਾਨੂੰ ਔਖੀਆਂ ਲੱਗ ਰਹੀਆਂ ਹੋਣਗੀਆਂ। ਚਲੋ ਅੱਗੇ ਆਪਾਂ ਦੇਖਦੇ ਹਾਂ। ਇਹਦਾ ਮਤਲਬ ਸਾਨੂੰ ਸਭ ਤੋਂ ਸਿੰਪਲੀ ਕੀ ਹੋ ਗਿਆ, ਕਿਸੇ ਵੀ ਸੋਲਿਡ ਨੂੰ ਲਿਕੁਇਡ 'ਚ ਕਨਵਰਟ ਕਰਨਾ, ਲਿਕੁਇਡ ਨੂੰ ਗੈਸ ਜਾਂ ਗੈਸ ਨੂੰ ਸੋਲਿਡ ਲਿਕੁਇਡ ਕਿਸੇ 'ਚ ਵੀ ਕਨਵਰਟ ਕਰਨਾ ਕੀ ਹੈ, ਆਸਾਨ ਹੈ, ਠੀਕ ਹੈ।